ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਸਨਮੁਖ ਤੁਹਾਡੀ ਦੋਸਤ ਰਾਜਵੀਰ ਜੌਲ ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਗਈ ਪੰਜਾਬੀ ਕਹਾਣੀ ਅਹਿਲ ਜਵਾਨੀ ਦੀਆਂ ਮੇਢੀਆਂ ਲੈ ਕੇ ਹਾਜ਼ਰ ਹੋਏ ਹਾਂ। ਇਹ ਬਹੁਤ ਹੀ ਪ੍ਰਸਿੱਧ ਕਹਾਣੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ। ਕਹਾਣੀ ਨੂੰ ਸੁਣਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸ਼ੁਰੂ ਕਰਦੇ ਹਾਂ ਜੀ ਪੰਜਾਬੀ ਕਹਾਣੀ ਅਹਿਲ ਜਵਾਨੀ ਦੀਆਂ ਮੇਢੀਆਂ। ਪੋਹ ਦਾ ਪਾਲਾ ਬਨੇਰਿਆਂ ਤੋਂ ਹੇਠਾਂ ਲਹਿੰਦਾ ਹੁਣ ਪਿੰਡੇ ਵਿੱਚ ਵੀ ਉਤਰਨ ਲੱਗ ਪਿਆ ਸੀ ਤੇ ਮੈਂ ਧੁੱਪ ਦੀ ਕਾਤਰ ਲੱਭ ਕੇ ਘਰ ਦੀ ਛੱਤ ਉੱਤੇ ਪੀਲੀ ਦਰੀ ਦਾ ਟੋਟਾ ਵਿਛਾ ਕੇ ਅਲਸਾਈ ਜਿਹੀ ਹੋ ਗਈ ਸਾਂ ਕਿ ਘਰ ਦੀ ਝਾੜ ਪੂੰਝ ਕਰਨ ਵਾਲੀਆਂ ਦੋਵੇਂ ਮੁਨੀਆਂ ਤੇ ਕੰਮੋਂ ਛੱਤ ਉੱਤੇ ਝੜੇ ਹੋਏ ਨਿੰਮ ਦੇ ਪੱਤੇ ਹੁੰਝਣ ਲਈ ਆ ਗਈਆਂ। ਧੁੱਪ ਦੀ ਕਾਤਰ ਜਿਹੀ ਫੈਲ ਕੇ ਹੁਣ ਤੱਕ 2 ਕੁ ਮੰਜੀਆਂ ਦੀ ਥਾਂ ਮੱਲ ਚੁੱਕੀ ਸੀ। ਇਸ ਲਈ ਮੁਨੀਆਂ ਤੇ ਕੰਮੋਂ ਮੇਰੇ ਤੋਂ ਜ਼ਰਾ ਕੁ ਵਿੱਥ ਉੱਤੇ ਸੁੰਗੜ ਕੇ ਬਹਿੰਦੀਆਂ ਕਹਿਣ ਲੱਗੀਆਂ, ਮਾਂ ਅਸੀਂ ਵੀ ਪਿੱਠ ਨੂੰ ਧੁੱਪ ਲਵਾ ਲਈਏ। ਮਿੰਟ ਕੁ ਲੰਘ ਗਏ। ਉਹ ਦੋਵੇਂ ਝਾੜੂ ਦੇ ਤੀਲਿਆਂ ਵਾਂਗ ਇਕੱਠੀਆਂ ਜਿਹੀਆਂ ਹੋ ਕੇ ਬੈਠੀਆਂ ਰਹੀਆਂ। ਫਿਰ ਧੁੱਪ ਨੇ ਹੌਲੀ ਹੌਲੀ ਉਹਨਾਂ ਦੀ ਗੰਢ ਪੋਲੀ ਕਰ ਦਿੱਤੀ ਤੇ ਉਹ ਹੌਲੀ ਹੌਲੀ ਗੱਲੀ ਪਈਆਂ ਝਾੜੂ ਦੇ ਤੀਲਿਆਂ ਵਾਂਗ ਖੁੱਲ ਗਈਆਂ। ਧੁੱਪ ਦੇ ਸੇਕ ਨਾਲ ਮੈਂ ਉਘਲਾ ਜਿਹੀ ਗਈ ਸਾਂ। ਜਿਸ ਵੇਲੇ ਕੰਮੋਂ ਦੀ ਆਵਾਜ਼ ਇੱਕ ਤੀਲੇ ਵਾਂਗ ਚੁੱਭੀ ਤੇ ਮੈਂ ਤਰਬਕ ਜਿਹੀ ਗਈ। ਕੰਮੋਂ ਮੁਨੀਆਂ ਨੂੰ ਆਖਦੀ ਪਈ ਸੀ, ਲੁਗਾਈ ਦੀ ਜੂਨ ਹੀ ਭੈੜੀ ਹੁੰਦੀ ਹੈ। ਮਰਦ ਮੂੰਹ ਮੀਟਿਆ ਹੋਵੇ ਤਾਂ ਸੱਸ ਦੀ ਜੀਭ ਪਾਟ ਜਾਂਦੀ ਏ। ਸਹੁਰੇ ਦੀਆਂ ਅੱਖਾਂ। ਪਤਾ ਸੀ ਕਿ ਦੋਵੇਂ ਵਿਆਹੀਆਂ ਵਰੀਆਂ ਹਨ, 2-2 ਬਾਲਾਂ ਦੀਆਂ ਮਾਵਾਂ ਵੀ, ਤੇ ਭਾਵੇਂ ਉਹਨਾਂ ਦੀ ਜਵਾਨੀ ਅਜੇ ਵੀ ਕੋਰੇ ਕੱਪੜੇ ਵਰਗੀ ਹੈ, ਪਰ ਉਹਨੂੰ ਕਈ ਥਾਵਾਂ ਉੱਤੇ ਗਰੀਬੀ ਦੀਆਂ ਖੁੰਗੀਆਂ ਲੱਗੀਆਂ ਹੋਈਆਂ ਹਨ। ਮੈਂ ਉਹਨਾਂ ਵੱਲ ਤੱਕ ਛੱਡਿਆ ਪਰ ਆਖਿਆ ਕੁਝ ਨਹੀਂ। ਜਾਪਿਆ ਕੁਝ ਪੁੱਛਾਂ ਆਖਾਂਗੀ ਤਾਂ ਉਹ ਫੇਰ ਬੌਕਰ ਵਾਂਗ ਵੱਜ ਜਾਣਗੀਆਂ। ਧੁੱਪ ਦੇ ਸੇਕ ਨਾਲ ਮੁਨੀਆਂ ਦਾ ਪਿੰਡਾ ਖੌਲੇ ਮਚਲ ਉੱਠਿਆ ਸੀ। ਉਹ ਜ਼ਿੰਦਗੀ ਦੇ ਮੀਂਹ ਪਾਲੇ ਨੂੰ ਪਿੰਡੇ ਉੱਤੋਂ ਛੰਡਦੀ ਕੰਮੋਂ ਨੂੰ ਕਹਿਣ ਲੱਗੀ, ਨੀ ਤੂੰ ਆਪਣਾ ਬੁੱਢਾ ਮੇਰੀ ਬੁੱਢੀ ਨੂੰ ਦੇ ਦੇ, ਦੋਹਾਂ ਦੀ ਜੋੜੀ ਬਣਦੀ ਏ। ਤੇਰਾ ਸਸੁਰਾ ਬਹੁਤਾ ਹੀ ਚੰਦਰਾ ਏ ਤੇ ਮੇਰੀ ਸੱਸ ਵੀ ਉਹਦੇ ਮੇਚੇ ਦੀ ਏ। ਅੱਗੋਂ ਕੰਮੋਂ ਆਖ ਰਹੀ ਸੀ, ਗੱਲ ਤਾਂ ਖਰੀ ਆਖੀ ਊ, ਮੇਰੀ ਸੱਸ ਤੇਰੇ ਸਹੁਰੇ ਵਾਂਗ ਘੁੰਨੀ ਏ, ਦੋਹਾਂ ਦੀ ਜੋੜੀ ਬਾਹਵਾ ਰਹੇਗੀ। ਤੇ ਮੁਨੀਆਂ ਕਹਿਣ ਲੱਗੀ, ਉਹਨਾਂ ਦੀ ਵੀ ਜੂਨ ਸੌਰ ਜਾਏਗੀ, ਸਾਡੀ ਵੀ। ਚੱਲ ਫੇਰ ਦੋਹਾਂ ਤੇ ਫੇਰੇ ਕਰਵਾ ਦੇ। ਬਾਹਮਣ ਨੇ ਟਕੇ ਹੀ ਲੈਣੇ ਨੇ, ਹੋਰ ਕੀ। ਅੱਧੇ ਪੈਸੇ ਤੂੰ ਪਾਈ, ਅੱਧੇ ਮੈਂ ਪਾਵਾਂਗੀ। ਹੁਣ ਤੱਕ ਮੁਨੀਆਂ ਟੈਂਕੀ ਦੇ ਪਾਣੀ ਵਿੱਚੋਂ ਪਾਣੀ ਦਾ ਮੱਗ ਲੈ ਕੇ ਇੱਟਾਂ ਦੀ ਫਰਸ਼ ਉੱਤੇ ਆਪਣੀਆਂ ਅੱਡੀਆਂ ਕੁਚਣ ਲੱਗ ਪਈ ਹੋਈ ਸੀ। ਮੈਲੀਆਂ ਅੱਡੀਆਂ ਕੁਛ ਲਿਸ਼ਕ ਪਈਆਂ ਸਨ ਤੇ ਖੌਰੇ ਇਸੇ ਲਈ ਅੱਡੀਆਂ ਵਾਂਗੂ ਮੁਨੀਆਂ ਵੀ ਲਿਸ਼ਕ ਕੇ ਬੋਲੀ, ਬਾਹਮਣ ਦਾ ਮੂੰਹ ਤਾਂ ਟਕਿਆਂ ਨਾਲ ਹੁੰਦਾ ਏ, ਹੋਰ ਕਿਸੇ ਦੇ ਦਿਲ ਤਾਂ ਹੁੰਦਾ ਨਹੀਂ। ਮੈਨੂੰ ਮੁਨੀਆਂ ਦੀ ਗੱਲ ਦੀ ਥਹੁ ਨਹੀਂ ਸੀ ਪਈ, ਪਰ ਘੜੀ ਕੁ ਚੁੱਪ ਰਹਿ ਕੇ ਜਦੋਂ ਕੰਮੋਂ ਨੇ ਮੁਨੀਆਂ ਦੇ ਦਿਲ ਨੂੰ ਛੇੜ ਦਿੱਤਾ ਤਾਂ ਗੱਲ ਦੀ ਥਹੁ ਪੈ ਗਈ ਤੇ ਮੈਂ ਵੀ ਹੁੰਗਾਰੇ ਵਾਂਗ ਉਹਨਾਂ ਦੀਆਂ ਗੱਲਾਂ ਵਿੱਚ ਰਲ ਗਈ। ਜਾਪਿਆ ਹੁਣ ਮੁਨੀਆਂ ਇੰਜ ਤੀਲਾ ਤੀਲਾ ਖਿੰਡ ਚੁੱਕੀ ਸੀ ਕਿ ਮੇਰੇ ਸਾਹਮਣੇ ਛੇਤੀ ਨਾਲ ਬੌਕਰ ਦੀ ਮੁੱਠ ਵਾਂਗ ਨਹੀਂ ਵੱਜੇਗੀ। ਮੁਨੀਆਂ ਕੰਮੋਂ ਦੀ ਥਾਂ ਮੇਰੇ ਵੱਲ ਤੱਕਦੀ ਕਹਿਣ ਲੱਗੀ, ਮਾਂ ਤੂੰ ਦੱਸ, ਮੰਤਰ ਸੱਚੇ ਕਿ ਟਕੇ? ਅਸੀਂ 2 ਭੈਣਾਂ ਸਾਂ, ਦੋਹਾਂ ਦੇ ਫੇਰੇ 2 ਭਰਾਵਾਂ ਨਾਲ ਪਏ। ਮੈਂ ਵੀ ਪਿੰਡੇ ਦੀ ਇਕਹਿਰੀ ਸੀ ਤੇ ਦੋਹਾਂ ਭਰਾਵਾਂ ਵਿੱਚੋਂ ਛੋਟਾ ਵੀ ਪਿੰਡੇ ਦਾ ਇਕਹਿਰਾ ਸੀ। ਉਧਰੋਂ ਮੇਰੀ ਛੋਟੀ ਭੈਣ ਵੀ ਪਿੰਡੇ ਦੀ ਭਾਰੀ ਸੀ ਤੇ ਦੋਹਾਂ ਭਰਾਵਾਂ ਵਿੱਚੋਂ ਵੱਡਾ ਵੀ ਪਿੰਡੇ ਦਾ ਭਾਰਾ। ਮੇਰੀ ਸੱਸ ਵੇਖਣ ਆਈ ਤਾਂ ਮੇਰੀ ਮਾਂ ਨੂੰ ਕਹਿ ਗਈ, ਵੱਡੇ ਦੇ ਫੇਰੇ ਛੋਟੇ ਨਾਲ ਕਰਵਾਈ ਤੇ ਛੋਟੇ ਦੀ ਵੱਡੇ ਨਾਲ, ਜੋੜੀਆਂ ਤਾਂ ਹੀ ਬਣਨਗੀਆਂ। ਤੇ ਮੇਰੀ ਮਾਂ ਨੇ ਫੇਰੇ ਕਰਵਾ ਦਿੱਤੇ। ਅਸੀਂ ਦੋਵੇਂ ਆਪਣੇ ਆਪਣੇ ਮਰਦ ਨਾਲ ਸਹੁਰੇ ਆਈਆਂ ਤਾਂ ਸਸੁਰਾ ਕਹਿਣ ਲੱਗਾ, ਨਾ ਮੈਨੂੰ ਤਾਂ ਇਹ ਮਨਜ਼ੂਰ ਨਹੀਂ, ਵੱਡੀ ਵੱਡੇ ਨੂੰ ਤੇ ਛੋਟੀ ਛੋਟੇ ਨੂੰ ਬਣਦੀ। ਫਿਰ ਮੈਂ ਜ਼ਰਾ ਕੁ ਚੌਂਕ ਕੇ ਪੁੱਛਿਆ ਤੇ ਨਾਲ ਹੀ ਦਰੀ ਉੱਤੇ ਆ ਗਈ ਛਾਂ ਵੱਲੋਂ ਮੈਂ ਦਰੀ ਨੂੰ ਖਿੱਚ ਕੇ ਧੁੱਪ ਵਾਲੇ ਪਾਸੇ ਕਰ ਲਿਆ। ਫੇਰ ਕੀ, ਘੁੰਨੇ ਨੇ ਬਾਹਮਣ ਬੁਲਾਵਾ
बुला के 4 टके दिते ते मेरे वड्डे नाल करवा दिते फेरे ते मेरी भैन दे छोटे नाल ते सानू अपने अपने मर्द दी मंजी ते चुक के दूजे दी मंजी उत्ते पा दिता। मैं मुनिया नूं कुछ पुछण दी थां सोच विच लै गई कि ਇਹ कसक संस्कारां दी है कि मन विच उतर गई किसी सूरत दी है। शायद ਦੋਹਾਂ ਗੱਲਾਂ ਦੀ। ਮਨ ਨੇ ਕਿਹਾ ਪਰ ਨਾਲ ਹੀ ਕਿਹਾ ਉਹਨੇ ਜੋ ਆਪਣੇ ਸੱਸਾਂ ਸਹੁਰਿਆਂ ਦੇ ਵਿਆਹ ਰਚਾ ਰਹੀਆਂ ਸਨ ਸੰਸਕਾਰਾਂ ਦੀ ਪਕੜ ਵਿੱਚ ਕਿਵੇਂ ਹੋ ਸਕਦੇ ਹਨ। ਇੰਨੇ ਵਿੱਚ ਮੇਰੀ ਥਾਂ ਮੁਨੀਆਂ ਨੂੰ ਕੰਮੋਂ ਪੁੱਛ ਰਹੀ ਸੀ, ਦੁਨੀਆ ਤਾਂ ਹੁੰਦੀ ਹੀ ਖੋਟੀ, ਪਰ ਤੂੰ ਖਰੀ ਦੱਸ ਕਿ ਤੈਨੂੰ ਅਜੇ ਵੀ ਛੋਟਾ ਚਿੱਤੇ ਆਉਂਦਾ। ਮੁਨੀਆਂ ਕੰਮੋਂ ਨੂੰ ਉੱਤਰ ਦੇਣ ਦੀ ਥਾਂ ਮੈਨੂੰ ਪੁੱਛਣ ਲੱਗੀ, ਮਾਂ ਤੂੰ ਦੱਸ, ਜਿਹਦੇ ਨਾਲ ਇੱਕ ਵਾਰੀ ਫੇਰੇ ਪੈ ਗਏ ਉਹੀਓ ਆਪਣਾ ਮਰਦ ਨਹੀਂ ਹੋ ਗਿਆ। ਮੁਨੀਆਂ ਦਾ ਜਵਾਬ ਸੰਸਕਾਰਾਂ ਵਿੱਚੋਂ ਲੱਭਾ ਹੋਇਆ ਜਵਾਬ ਸੀ। ਮੈਂ ਕੁਝ ਕਹਿਣ ਲੱਗੀ ਸਾਂ ਕਿ ਕੰਮੋਂ ਨੇ ਆਖਿਆ, ਨਹੀਂ ਤੂੰ ਖਰੀ ਗੱਲ ਕਰ, ਮੈਂ ਤੈਨੂੰ ਪੁੱਛਦੀ ਕਿ ਤੈਨੂੰ ਛੋਟਾ ਚੰਗਾ ਲੱਗਦਾ। ਮੁਨੀਆਂ ਦੀਆਂ ਅੱਡੀਆਂ ਹੁਣ ਅੱਗੇ ਤੋਂ ਵੀ ਵੱਧ ਲਿਸ਼ਕ ਪਈਆਂ ਸਨ, ਮੂੰਹ ਵੀ ਅੱਡੀਆਂ ਵਾਂਗ ਲਿਸ਼ਕ ਪਿਆ, ਪਰ ਉਹ ਵਾਲਾਂ ਦੀਆਂ ਜਲੂਟੀਆਂ ਨੂੰ ਜੂੜੇ ਵਾਂਗ ਬੰਨ੍ਹਣ ਲੱਗ ਪਈ। ਵਾਲਾਂ ਦੀਆਂ 2 ਲਿਟਾਂ ਉਹਦੇ ਜੂੜੇ ਵਿੱਚ ਵੱਜਦੀਆਂ ਨਹੀਂ ਸਨ। ਉਹਨੇ ਥੱਕ ਕੇ ਸਾਰਾ ਜੂੜਾ ਖੋਲ ਦਿੱਤਾ ਤੇ ਕਹਿਣ ਲੱਗੀ, ਕੰਮੋਂ ਭਾਬੀ, ਗੱਲ ਤਾਂ ਦਿਲਾਂ ਦੀ ਖਰੀ ਹੁੰਦੀ, ਦਿਲ ਵਿੱਚ ਤਾਂ ਛੋਟੇ ਦਾ ਮੂੰਹ ਵੱਸਦਾ। ਤੇ ਮੈਂ ਅਜੇ ਤੱਕ ਸੋਚ ਰਹੀ ਹਾਂ, ਪਤਾ ਨਹੀਂ ਇਹ ਗੀਤ ਕਿਹਨੇ ਲਿਖਿਆ ਸੀ। ਅਹਿਲ ਜਵਾਨੀ ਦੀਆਂ ਮੇਢੀਆਂ ਨੀ ਮਾਈ, ਡਰਦਾ ਕੋਈ ਵੀ ਨਾ ਗੁੰਦੇ। ਧੰਨਵਾਦ ਜੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਬਹੁਤ ਪਸੰਦ ਆਵੇਗੀ। ਕੱਲ ਹਾਜ਼ਰ ਹੋਵਾਂਗੇ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।